ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਹਰ ਇੱਕ ਇਨਸਾਨ ਦੇ ਅੰਦਰ ਖੁਆਇਸ਼ਾਂ ਹੁੰਦੀਆਂ ਨੇ, ਚਾਹ ਹੁੰਦੇ ਨੇ, ਸਦਰਾਂ ਹੁੰਦੀਆਂ ਨੇ ਤੇ ਹਰ ਕੋਈ ਇਨਸਾਨ ਆਪਣੀਆਂ ਖੁਆਇਸ਼ਾਂ ਨੂੰ, ਆਪਣੇ ਚਾਵਾਂ ਨੂੰ ਪੂਰਾ ਕਰਨ ਦੇ ਲਈ ਮਿਹਨਤ ਕਰਦਾ ਹੈ। ਬਹੁਤ ਘੱਟ ਅਜਿਹੇ ਲੋਕ ਹੁੰਦੇ ਨੇ ਜਿਹੜੇ ਦੂਜੇ ਦੀ ਖੁਆਇਸ਼ਾਂ ਨੂੰ, ਦੂਜੇ ਦੇ ਚਾਵਾਂ ਨੂੰ ਪੂਰਾ ਕਰਦੇ ਨੇ। ਅੱਜ ਮੈਂ ਇੱਕ ਪਾਰਕ 'ਚ ਖੜੀ ਹਾਂ। ਇਹ ਪਾਰਕ ਹੈ ਲੁਧਿਆਣਾ ਦੇ ਕਿਦਵਈ ਨਗਰ ਦੇ ਵਿੱਚ। ਇਸ ਦੀ ਖਾਸੀਅਤ ਇਹ ਹੈ ਕਿ ਇੱਥੇ ਹਾਲ ਹੀ ਵਿੱਚ ਇੱਕ ਝੂਲਾ ਲੱਗਾ ਹੈ। ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਗੇ ਕਿ ਖਾਸ ਝੂਲਾ ਹੈ। ਇਹ ਹੈ ਦਿਵਿਆਂਗ ਬੱਚਿਆਂ ਦੇ ਲਈ, ਸਪੈਸ਼ਲੀ ਏਬਲਡ ਚਿਲਡਰਨ ਦੇ ਲਈ। ਇਸ ਦੇ ਪਿੱਛੇ ਇੱਕ ਸੋਚ ਵੀ ਹੈ। ਮਿਲਾਵਾਂਗੇ ਉਸ ਇਨਸਾਨ ਦੇ ਨਾਲ। ਚਲੋ ਪਹਿਲਾਂ ਤੁਹਾਨੂੰ ਇਹ ਝੂਲਾ ਵਿਖਾਉਂਦੇ ਹਾਂ। ਕਹਿੰਦੇ ਨੇ ਕਿ ਜਦੋਂ ਵੀ ਕੋਈ ਨਵਾਂ ਉਪਰਾਲਾ ਹੁੰਦਾ ਹੈ, ਉਸ ਦੇ ਪਿੱਛੇ ਇੱਕ ਸੋਚ ਕੰਮ ਕਰਦੀ ਹੈ ਤੇ ਇਸ ਝੂਲੇ ਦੇ ਪਿੱਛੇ ਸੋਚ ਹੈ ਐਡਵੋਕੇਟ ਦੀਪਤੀ ਦੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਡਮ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਮੈਮ, ਤੁਹਾਡਾ ਵੀ ਅਗੇਨ ਸਵਾਗਤ ਹੈ, ਵੈਲਕਮ ਹੈ ਜੀ। ਪਹਿਲੀ ਸਟੋਰੀ ਤੁਸੀਂ ਮੇਰੀ ਕੋਰਟ ਵਿੱਚ ਲੈ ਕੇ ਗਏ ਸੀ ਕੰਮ ਕਰਦੇ ਦੀ, ਦੂਜੀ ਹੁਣ ਸੋਸ਼ਲ ਵਰਕਿੰਗ ਦੀ ਲੈਣ ਆਏ ਹੋ। ਬਿਲਕੁਲ। ਥੈਂਕ ਯੂ ਮੈਮ, ਬਹੁਤ ਬਹੁਤ। ਮੈਮ, ਸਭ ਤੋਂ ਪਹਿਲਾਂ ਇਹ ਸਵਾਲ ਕਿ ਇਹ ਸੋਚ ਤੁਹਾਡੇ ਵਿੱਚ ਆਈ ਕਿਵੇਂ ਕਿ ਸਪੈਸ਼ਲੀ ਏਬਲਡ ਬੱਚਿਆਂ ਦੇ ਲਈ ਵੀ ਇੱਕ ਝੂਲਾ ਹੋਣਾ ਚਾਹੀਦਾ ਹੈ? ਮੈਮ, ਸਵਾਲ ਦਾ ਜਵਾਬ ਬਹੁਤ ਦੱਸਣਾ ਜ਼ਰੂਰੀ ਹੈ ਕਿ ਪਿਛਲੇ 2-2.5 ਸਾਲ ਪਹਿਲਾਂ ਮੈਂ ਇੱਕ ਜੋਤ ਵਿਕਲਾਂਗ ਸਕੂਲ ਦੇ ਬੱਚੇ ਹੈ ਉਹਨਾਂ ਨੂੰ ਲੈ ਕੇ ਰਖਬਾਗ ਗਾਰਡਨ ਗਈ ਸੀ ਜੀ। ਤੇ ਉੱਥੇ ਜਿਹੜੇ ਮੇਰੇ ਵਰਗੇ ਸੀ, ਮੈਂ ਵੀ ਝੂਲ ਲੈਂਦੀ ਹਾਂ, ਝੂਲਾ ਝੂਲਿਆ ਤਾਂ ਮੈਨੂੰ ਵੀ ਬੜੀ ਖੁਸ਼ੀ ਹੋਈ, ਜਿਵੇਂ ਲੱਗਾ ਡਿਪਰੈਸ਼ਨ ਘਟ ਰਿਹਾ ਹੈ। ਹਰ ਇੱਕ ਨੂੰ ਜ਼ਿੰਦਗੀ 'ਚ ਡਿਪਰੈਸ਼ਨ ਹੈ। ਫਿਰ ਉਹਦੇ ਬਾਅਦ ਜਦੋਂ ਵੀਲਚੇਅਰ ਤੇ ਬੱਚੇ ਸੀ, ਉਹਨਾਂ ਦਾ ਦਿਲ ਕਰ ਰਿਹਾ ਸੀ, ਮੈਨੂੰ ਦੇਖ ਕੇ ਲੱਗਾ ਕਿ ਉਹਨਾਂ ਦੀ ਇੱਛਾ ਹੈ ਕਿ ਅਸੀਂ ਵੀ ਝੂਲੀਏ। ਮੈਂ ਉਹਨਾਂ ਨੂੰ ਕਿਹਾ ਆਓ ਅਸੀਂ ਚੁੱਕ ਕੇ ਤੁਹਾਨੂੰ ਬਿਠਾ ਦਿੰਦੇ ਹਾਂ ਤੇ ਝੂਲ ਲਓ। ਪਰ ਉਹਨਾਂ ਦਾ ਵੀ ਦਿਲੀ ਪਿਆਰ ਇੰਨਾ ਸੀ ਮੇਰੇ ਲਈ, ਕਹਿੰਦੇ ਨਹੀਂ ਮੈਡਮ ਅਸੀਂ ਇੱਦਾਂ ਹੀ ਠੀਕ ਹਾਂ, ਬਾਈ ਚਾਂਸ ਜੇ ਅਸੀਂ ਗਿਰ ਗਏ ਤਾਂ ਸਾਡੇ ਮਾਪਿਓ ਤੇ ਸਾਡੇ ਟੀਚਰਸ ਨੇ ਤੁਹਾਨੂੰ ਪੁੱਛਣਾ। ਉਹਨਾਂ ਨੇ ਇਹ ਨਹੀਂ ਕਹਿਣਾ ਕਿ ਦੀਪਤੀ ਦੀਦੀ ਸਾਨੂੰ ਪਿਕਨਿਕ ਤੇ ਲੈ ਕੇ ਗਏ ਸੀ। ਉਹਨਾਂ ਬੱਚਿਆਂ ਦੀ ਸੋਚ ਔਰ ਪਿਆਰ ਦੱਸ ਰਹੀ ਹਾਂ। ਉਹਨਾਂ ਨੇ ਇਹ ਕਹਿਣਾ ਜੇ ਇਹਨਾਂ ਨੂੰ ਪਤਾ ਸੀ ਵੀ ਝੂਲੇ ਤੇ ਬੈਠਣ ਤੇ ਗਿਰ ਜਾਣਾ ਤੇ ਬਿਠਾਇਆ ਕਿਉਂ। ਤੇ ਉਸ ਦਿਨ ਮੇਰੇ ਮਨ 'ਚ ਆਇਆ ਕਿ ਕਾਸ਼ ਇਹਨਾਂ ਲਈ ਵੀ ਝੂਲਾ ਹੋਏ, ਇਹ ਵੀ ਸਾਵਨ ਦੇ ਝੂਲੇ ਝੂਲ ਸਕਣ, ਇਹ ਵੀ ਇੰਜੋਏ ਕਰ ਸਕਣ। ਜਿਵੇਂ ਝੂਲਾ ਉੱਪਰ ਆਸਮਾਨ ਦੀ ਉੱਤੇ ਜਾਏ, ਇਹਨਾਂ ਨੂੰ ਲੱਗੇ ਅਸੀਂ ਵੀ ਆਸਮਾਨ ਨੂੰ ਛੂਈਏ। ਕਿਉਂਕਿ ਝੂਲਾ ਜਦੋਂ ਮੈਂ ਝੂਲਦੀ ਹਾਂ, ਝੂਲਾ ਉੱਪਰ ਜਾਂਦਾ ਤਾਂ ਮੈਨੂੰ ਬਹੁਤ ਅੱਛਾ ਲੱਗਦਾ। ਆਟੋਮੈਟਿਕ ਮੇਰੇ ਮੂੰਹ 'ਚੋਂ ਗਾਣੇ ਦੀ ਧੁਨ ਨਿਕਲਣ ਲੱਗ ਜਾਂਦੀ ਹੈ। ਵੈਸੇ ਮੈਨੂੰ ਗਾਣਾ ਗਾਣਾ ਨਹੀਂ ਆਉਂਦਾ। ਤੇ ਉਸ ਦਿਨ ਮੇਰੇ ਮਨ 'ਚ ਆਇਆ ਜੇ ਝੂਲਾ ਵੈ, ਮਤਲਬ ਜੋ ਬੱਚਿਆਂ ਦੀ ਵੀਲਚੇਅਰ ਹੈ ਰੱਬ ਨੇ ਬਣਾਇਆ, ਰੱਬ ਦੀ ਅਸੀਂ ਸੰਰਚਨਾ ਵਾ, ਤਾਂ ਝੂਲਾ ਵੀ ਜ਼ਰੂਰ ਬਣਾਇਆ ਹੋਣਾ। ਤੇ ਫਿਰ ਉਸ ਝੂਲੇ ਦੀ ਮਨ ਦੇ ਵਿੱਚ ਸੋਚ ਤਾਂ ਸੀ, ਪਰ ਰਾਸਤਾ ਕੋਈ ਨਹੀਂ ਲੱਭ ਰਿਹਾ ਸੀ। ਜੀ। ਤੇ ਇਹ ਜ਼ਰੂਰ ਪੁੱਛਾਂਗੇ, ਸੋਚ ਨੂੰ ਅਮਲੀ ਜਾਮਾ ਤੁਸੀਂ ਕਿਵੇਂ ਪਹਿਨਾਇਆ? ਇਹ ਸਵਾਲ ਤੁਹਾਡਾ ਬਹੁਤ ਢੁਕਵਾਂ ਹੈ। ਵਟਸਐਪ ਆਪਾਂ ਹਮੇਸ਼ਾ ਚਲਾਉਂਦੇ ਹਾਂ, ਗੁੱਡ ਮਾਰਨਿੰਗ ਵਗੈਰਾ ਜਿਵੇਂ ਆਉਂਦੇ ਆ ਮੈਸੇਜ, ਉਵੇਂ ਹੀ ਕਿਸੇ ਨੇ ਇਹ ਝੂਲਾ ਸ਼ੇਅਰ ਕਰਦੀ ਹੋਈ ਪਿਕ ਮੇਰੇ ਕੋਲ ਆਈ, ABCD ਜਿੰਦੇ ਕੋਲ ਵੀ ਆਈ। ਤਾਂ ਉਹ ਝੂਲਾ ਦੇਖ ਕੇ ਮੈਨੂੰ ਲੱਗਾ ਕਿ ਕਿਤੇ ਦਰਵਾਜ਼ਾ ਖੜਕਾਇਆ ਜਾ ਰਿਹਾ ਤੇ ਤੂੰ ਇਸ ਝੂਲੇ ਨੂੰ ਦੇਖ ਔਰ ਕੁਛ ਸੋਚ। ਤੇ ਲੋਕਡਾਊਨ ਦਾ ਫਾਇਦਾ ਵੀ ਲੈ ਲੈ। ਲੋਕਡਾਊਨ ਚੱਲ ਰਿਹਾ ਸੀ ਔਰ ਲੋਕਡਾਊਨ ਦੇ ਵਿੱਚ ਹੀ ਮੈਂ ਕੋਸ਼ਿਸ਼ ਸੋਚਿਆ ਕਿ ਇਹਨੂੰ ਕਿਵੇਂ ਕਰ ਸਕਦੇ ਹਾਂ। ਕਹਿੰਦੇ ਆ ਨਾ ਵੇਅਰ ਦੇਅਰ ਇਜ਼ ਵਿਲ ਦੇਅਰ ਇਜ਼ ਵੇ। ਤੇ ਉਹ ਵੈਬੀਨਾਰ ਦੇ ਵਿੱਚ ਗੱਲ ਕਰਦੇ PWD ਦੇ ਦਿੱਲੀ ਆਨਲਾਈਨ ਚੱਲ ਰਹੀ ਸੀ, ਦਿੱਲੀ ਵੈਬੀਨਾਰ ਅਟੈਂਡ ਹੋ ਰਿਹਾ ਸੀ। ਰਾਈਟਸ ਮੈਂ ਵੀ ਪੜ੍ਹ ਰਹੀ ਸੀ, PWD ਐਕਟ 2016 ਔਰ RPW ਵੀ ਪੜ੍ਹ ਰਹੀ ਸੀ। ਉਹਦੇ ਵਿੱਚ ਹੀ ਮੈਂ ਸਵਾਲ ਦੇਖਿਆ, ਉਹਦੇ ਵਿੱਚ ਪੜ੍ਹਿਆ ਔਰ ਫਿਰ ਮੇਰੇ ਦਿਮਾਗ ਵਿੱਚ ਆਇਆ ਕਿ ਨਹੀਂ ਜੇ ਝੂਲਾ ਹੈ ਤਾਂ ਇਹਦੀ ਆਪਾਂ ਕਰਨੀ ਚਾਹੀਦੀ ਆ। ਇਕੁਅਲ ਰਾਈਟਸ ਹੈ, ਮਤਲਬ ਜਿਵੇਂ ਸੀਨੀਅਰ ਸਿਟੀਜ਼ਨ ਲਈ ਤੁਸੀਂ ਦੇਖਿਆ ਝੂਲੇ ਲੱਗਦੇ ਹੈ, ਉਵੇਂ ਹੀ PWD ਦਿਵਿਆਂਗ ਲਈ ਵੀ ਝੂਲੇ ਚਾਹੀਦੇ ਆ, ਪਰ ਲੋਕਾਂ ਨੂੰ ਹੱਕ ਹੀ ਨਹੀਂ ਪਤਾ। ਫਿਰ ਇਸ ਝੂਲੇ ਦੀ ਪਿਕ ਲੈ ਕੇ ਮੈਂ DC ਸਾਹਿਬ ਕੋਲ ਪਹੁੰਚ ਗਈ। ਮੈਨੂੰ ਲੱਗਾ DC ਸਾਹਿਬ ਕੋਲ ਜਾ ਕੇ ਹੋ ਸਕਦਾ। ਤੁਹਾਨੂੰ ਇੱਥੇ ਇੱਕ ਦੱਸਣ ਵਾਲੀ ਇਹ ਗੱਲ ਬਹੁਤ ਵੱਡੀ ਹੈ ਕਿ ਆਪਣੇ ਲੁਧਿਆਣੇ ਸਿਟੀ ਦੇ DC ਸਾਹਿਬ ਬਹੁਤ ਵਧੀਆ। ਜਿੰਨੇ ਸਲੂਟ ਉਹਨਾਂ ਨੂੰ ਮਾਰੋ ਤੁਸੀਂ ਘੱਟ ਹੈ।
ਉਹਨਾਂ ਨੇ ਮੈਨੂੰ ਪਹਿਲੀ ਮੁਲਾਕਾਤ ਵਿੱਚ ਜੇ ਪਿਕ ਵੀ ਨਹੀਂ ਦੇਖੀ ਔਰ ਕਹਤਾ 110% ਤੁਹਾਡਾ ਝੂਲਾ ਲੱਗ ਜਾਏਗਾ। ਜੀ ਮੈਂ ਭੋਲੇ ਪਾ ਘਰ ਆ ਕੇ ਬੈਠ ਗਈ ਵੀ ਲੱਗ ਜਾਏਗਾ, ਫਿਰ ਲੱਗਿਆ ਨਹੀਂ, ਫਿਰ ਕੋਸ਼ਿਸ਼ ਕੀਤੀ। ਮੈਂ ਰਿਟਨ ਐਪਲੀਕੇਸ਼ਨ ਚੀਫ ਕਮਿਸ਼ਨਰ PWD ਦੇ ਲੁਧਿਆਣਾ ਨੂੰ, ਚੰਡੀਗੜ੍ਹ ਪਾਈ, ਫਿਰ ਦਿੱਲੀ ਵੀ ਫਾਰਵਰਡ ਕੀਤੀ। ਫਿਰ ਅਗੇਨ ਮੈਨੂੰ ਕੋਈ ਕੰਮ ਪਿਆ, ਮੈਂ DC ਸਾਹਿਬ ਦੇ ਆਫਿਸ ਵਿੱਚ ਫੇਰ ਸੀਗੀ, ਉਸ ਕੰਮ ਨੂੰ ਤਾਂ ਉਹਨਾਂ ਨੇ ਸਾਰਥਕ ਕਰਤਾ। ਫਿਰ ਮੈਂ ਅਗੇਨ ਰਿਮਾਈਂਡਰ ਕੀਤਾ ਵੀ ਸਰ ਉਹ ਝੂਲਾ ਨਹੀਂ ਲੱਗਾ, ਤਾਂ ਸਰ ਮੁਸਕਰਾ ਪਏ, ਕੁਝ ਨਹੀਂ ਬੋਲੇ। ਮੈਨੂੰ ਲੱਗਾ ਕਿ ਸ਼ਾਇਦ ਨਹੀਂ ਹੋਏਗਾ, ਲੇਕਿਨ ਕਹਿੰਦੇ ਨੈਗੇਟਿਵਿਟੀ ਨਹੀਂ ਸੋਚਣੀ ਚਾਹੀਦੀ। ਬਿਲਕੁਲ ਤੇ ਉਸ ਮੁਲਾਕਾਤ ਦੇ ਬਾਅਦ, ਇਹ ਸਾਲ ਬਾਅਦ ਮੈਡਮ ਝੂਲਾ ਅਸੈਂਬਲ ਹੋਇਆ। ਉਸ ਮੁਲਾਕਾਤ ਦੇ ਬਾਅਦ ਵਿਦਿਨ 3 ਮੰਥਸ ਦੇ ਬਾਅਦ ਕਾਲ ਆਈ ਮੈਨੂੰ, ਤੇ DC ਸਾਹਿਬ ਨੇ ਆਰਡਰ ਕੀਤਾ ਕਿ ਝੂਲਾ ਮੈਡਮ ਮੈਨੂੰ ਸਾਨੂੰ ਪਿਕ ਭੇਜੋ। ਉਹ ਪਿਕ ਮੇਰੇ ਕੋਲ ਬਾਈ ਚਾਂਸ ਹੀ ਸੀ WhatsApp ਤੇ, ਕੁਝ ਮੈਂ ਪਿਕਸ ਦੀਆਂ ਫੋਟੋਜ਼ ਵੀ ਰੱਖੀਆਂ ਹੋਈਆਂ ਸੀ ਕਿਉਂਕਿ ਮੈਂ ਭੇਜ ਰਹੀ ਸੀ, ਜੀ ਫੋਟੋਜ਼ ਬਣਵਾ ਕੇ ਭੇਜ ਰਹੀ ਸੀ, ਜਿੱਥੇ ਮੈਨੂੰ ਮਤਲਬ ਭੇਜਣਾ ਹੁੰਦਾ ਸੀ, ਫਾਰਵਰਡ ਕਰਨਾ ਹੁੰਦਾ ਸੀ, ਕੇਸ ਉੱਥੇ ਭੇਜਦੀ ਸੀ। ਤਾਂ ਉਹ ਮੈਂ ਉਹਨਾਂ ਨੂੰ ਝੂਲੇ ਦੀ ਪਿਕ ਭੇਜਦੀ, ਮੈਂ ਕਿਹਾ ਪਤਾ ਨਹੀਂ ਲੱਗੇਗਾ ਕਿ ਨਹੀਂ ਲੱਗੇਗਾ। ਤੇ ਆਫਟਰ 15-20 ਡੇਜ਼ ਦੇ ਬਾਅਦ ਮੈਂ ਉਹਨਾਂ ਨੂੰ ਰਿਮਾਈਂਡਰ ਪਾਇਆ ਵੀ ਸਰ ਕਿਆ ਝੂਲਾ ਤਿਆਰ ਹੋ ਗਿਆ। ਤਾਂ ਉਹਨਾਂ ਨੇ ਕਿਹਾ ਮੈਡਮ ਥੋੜਾ ਵੇਟ ਕਰੋ, ਝੂਲਾ ਅਲੱਗ ਤਰੀਕੇ ਦਾ। ਅੱਛਾ ਤੇ ਤੁਸੀਂ ਚਿੰਤਾ ਨਾ ਕਰੋ, ਤੁਹਾਡਾ ਕੰਮ ਹੋਏਗਾ। ਮੈਨੂੰ ਲੱਗਾ ਜੇ ਇੰਨੀ ਗੱਲ ਕਰ ਰਹੇ ਹੈ ਤਾਂ ਹੋਏਗਾ ਹੀ। ਫਿਰ ਕੁਝ ਦਿਨ ਬਾਅਦ ਮੈਂ ਚੁੱਪ ਕਰ ਗਈ, ਉਹਨਾਂ ਦੀਆਂ ਇਹ ਫੋਟੋਜ਼ ਬਣ ਕੇ ਤੇ ਆਈਆਂ ਝੂਲੇ ਦੀਆਂ, ਔਰ ਮੇਰੇ ਦੇਖ ਕੇ ਇੰਨੀ ਕੋ ਖੁਸ਼ੀ ਦਾ ਠਿਕਾਣਾ ਨਹੀਂ ਸੀ ਕਿ I have no words, and I thanks to the Deputy Commissioner, and my eyes are full of tears when I say Deputy Commissioner sir thank you, my eyes are full of tears। ਉਹ ਆਂਸੂ ਇਸ ਲਈ ਸੀ ਕਿ ਜੋ ਬੱਚਿਆਂ ਲਈ ਸੋਚਿਆ ਰੱਬ ਨੇ, ਸਤਿਗੁਰੂ ਨੇ ਆਪ ਆ ਕੇ ਪੂਰਾ ਕਰਾਤਾ। ਮੈਂ ਤਾਂ ਇੱਕ ਜਰੀਆ ਬਣੀ। ਝੂਲੇ ਨੂੰ ਲਗਵਾਉਣ ਦੇ ਲਈ ਬਹੁਤ ਸਾਰੀਆਂ ਦਿੱਕਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਹੈ, ਇਸ ਲਈ ਜਿਹੜੇ ਇਹ ਖੁਸ਼ੀ ਦੇ ਹੰਝੂ ਹੈ ਇਹ ਬੰਦੇ ਨੇ। ਪਰ ਮੈਮ ਇਹ ਦੱਸੋ ਕਿ ਬਹੁਤ ਸਾਰੀਆਂ ਚੁਣੌਤੀਆਂ ਵੀ ਆਈਆਂ, ਤੁਸੀਂ ਉਹਨਾਂ ਨੂੰ ਪਾਰ ਵੀ ਕੀਤਾ, ਤੇ ਤੁਸੀਂ ਦੱਸਿਆ ਕਿ ਜਦੋਂ ਤੁਹਾਨੂੰ ਇਹ ਖਬਰ ਮਿਲੀ ਤਾਂ ਤੁਹਾਡੀ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸੀ, ਜੋ ਹੁਣ ਵੀ ਮੈਂ ਦੇਖ ਰਹੀ ਹਾਂ। ਮੈਨੂੰ ਇਹ ਦੱਸੋ ਕਿ ਇਹ ਸਾਰਾ ਖਰਚਾ ਕਿੰਨਾ ਨੇ ਕੀਤਾ ਹੈ। ਦੂਸਰਾ ਮੈਂ ਨਾਲ ਹੀ ਇਹ ਪੁੱਛਾਂਗੀ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਝੂਲਾ ਪਹਿਲੀ ਵਾਰੀ ਵੇਖਿਆ ਹੈ। ਤੁਸੀਂ ਇਹ ਦੱਸੋ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਪਹਿਲਾ ਝੂਲਾ ਕਿਤੇ ਲੱਗਿਆ ਹੈ, ਜਾਂ ਪੰਜਾਬ 'ਚ ਇਹ ਪਹਿਲਾ ਝੂਲਾ ਹੈ ਜੋ ਇਸ ਤਰ੍ਹਾਂ ਦਾ ਹੈ? ਮੈਮ ਆਲ ਇੰਡੀਆ ਲੈਵਲ ਤੇ ਇਹ ਦੂਸਰਾ ਝੂਲਾ ਵੈ, ਤੇ ਪੰਜਾਬ ਦੇ ਵਿੱਚ ਇਹ ਪਹਿਲਾ ਝੂਲਾ ਵੈ। ਵਾਹਿਗੁਰੂ ਦੀ ਬਹੁਤ ਵੱਡੀ ਲੁਧਿਆਣੇ ਦੀ ਕਹਿ ਲੋ ਅਚੀਵਮੈਂਟ ਹੈ। ਇਹ ਪਹਿਲਾ ਝੂਲਾ ਵੈ ਜਿਹੜਾ PWD ਦਾ ਦਿਵਿਆਂਗ ਦਾ ਝੂਲਾ ਸ਼ਹੀਦੀ ਪਾਰਕ ਦੇ ਵਿੱਚ ਕਿਦਵਈ ਨਗਰ ਵਿੱਚ ਲੱਗਾ। ਲੋਕ ਇਹਨੂੰ ਦੂਰੋਂ ਦੂਰੋਂ ਦੇਖਣ ਆ ਰਹੇ ਹੈ। ਲੇਕਿਨ ਜਿਹੜੀਆਂ ਤੁਸੀਂ ਚੁਣੌਤੀਆਂ ਕਹੀਆਂ ਉਹ ਬਹੁਤ ਆਈਆਂ। 1 ਮਹੀਨਾ ਇਹ ਝੂਲਾ ਬਣਿਆ ਹੋਇਆ ਰਿਹਾ। ਜਦੋਂ ਉਹਨਾਂ ਨੇ ਮੈਨੂੰ ਕਿਹਾ ਅਸੈਂਬਲ ਕਰਨ ਲਈ, ਤਾਂ ਮੈਨੂੰ ਗਾਰਡਨ ਵਿੱਚ ਪ੍ਰੋਬਲਮ ਆ ਰਹੀ ਸੀ। ਮੈਂ ਇਹ ਕਹਿਣਾ ਚਾਹੁੰਦੀ ਹਾਂ, ਮਤਲਬ ਮੇਰੇ ਅੰਦਰ ਜੋ ਫੀਲਿੰਗਸ ਹੈ ਕਿ ਕੁਦਰਤ ਫਰਕ ਨਹੀਂ ਕਰਦੀ। ਕੁਦਰਤ ਤੁਹਾਨੂੰ, ਮੈਨੂੰ ਤੇ ਸਮਾਜ ਦੇ ਹਰ ਇਨਸਾਨ ਨੂੰ ਉੱਦਾਂ ਹੀ ਧੁੱਪ, ਛਾਂ, ਬਰਸਾਤ ਤੇ ਹਨੇਰੀ ਉਸੇ ਤਰ੍ਹਾਂ ਜਿੱਤ ਦਿੰਦੀ ਹੈ, ਜਿਵੇਂ ਤੁਹਾਨੂੰ ਤੇ ਜਿਵੇਂ ਮੈਨੂੰ ਤੇ ਜਿਵੇਂ ਤੁਹਾਨੂੰ ਤੇ ਤੁਹਾਨੂੰ ਸਮਾਜ ਦੇ ਸਾਰੇ ਵਿਅਕਤੀਆਂ ਨੂੰ। ਫਿਰ ਇਨਸਾਨ ਫਰਕ ਕਿਉਂ ਸਮਝਦਾ ਹੈ? ਕਈ ਇਨਸਾਨ ਤਾਂ ਬਹੁਤ ਅੱਛਾ ਵਤੀਰਾ ਕਰਦੇ ਹੈ, ਪਰ ਕਈ ਇਨਸਾਨ ਫਰਕ ਕਿਉਂ ਸਮਝਦੇ ਹੈ? ਕਿਉਂ? ਅਸੀਂ ਕਿਆ ਕੁਦਰਤ ਦੀ ਸੰਰਚਨਾ ਨਹੀਂ ਆ? ਤੁਹਾਨੂੰ ਐਵੇਂ ਨਹੀਂ ਲੱਗਦਾ ਕਿ ਤੁਸੀਂ ਕਿਤੇ ਨਾ ਕਿਤੇ ਰੱਬ ਘਰ ਤਾਂ ਜਾਂਦੇ ਹੋ, ਰੱਬ ਨੂੰ ਪੂਜਦੇ ਹੋ, ਤੇ ਕਿਆ ਐਵੇਂ ਨਹੀਂ ਲੱਗਦਾ ਕਿ ਲੋਕ ਕਿਆ ਕਹੇਂਗੇ ਉਹਦੀ ਜ਼ਿਆਦਾ ਪਰਵਾਹ ਕਰਦੇ ਹੋ? ਪਰਮਾਤਮਾ ਕੀ ਕਹੇਗਾ ਉਹਦੀ ਪਰਵਾਹ ਨਹੀਂ ਕਰਦੇ? ਪਰਵਾਹ ਤਾਂ ਕਰਨੀ ਚਾਹੀਦੀ ਹੈ, ਪਰਮਾਤਮਾ ਕੀ ਕਹੇਗਾ? ਤੁਹਾਨੂੰ ਐਵੇਂ ਨਹੀਂ ਲੱਗਦਾ ਕਿ ਤੁਸੀਂ ਕਿਸੇ ਦੇ ਅੱਖਾਂ 'ਚ ਅਗਰ ਆਂਸੂ ਦੇ ਰਹੇ ਹੋ ਬੋਲ ਕੇ, ਅਗਲਾ ਚੁੱਪ ਕਰ ਜਾ ਰਿਹਾ, ਤੁਹਾਨੂੰ ਨਹੀਂ ਬੋਲ ਰਿਹਾ, ਤੇ ਇਹਦਾ ਮਤਲਬ ਇਹ ਨਹੀਂ ਉਹ ਕਮਜ਼ੋਰ ਹੈ। ਇਹਦਾ ਮਤਲਬ ਇਹ ਵੈ ਕਿ ਉਹਦੇ ਅੰਦਰ ਸਰਲ ਭਾਵ ਹੈ, ਤੇ ਸਰਲ ਭਾਵ ਤਾਕਤ ਵੀ ਹੋ ਸਕਦਾ ਕਿਸੇ ਦੀ, ਕਮਜ਼ੋਰੀ ਨਾ ਸਮਝੋ। ਲੇਕਿਨ ਕਈ ਵਾਰੀ ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ, ਜਿੱਥੇ ਫੁੱਲ ਹੈ ਉੱਥੇ ਕੰਡੇ ਵੀ ਹੈ। ਤੇ ਝੂਲਾ ਨੋ ਡਾਊਟ ਬਹੁਤ ਖੂਬਸੂਰਤੀ ਹੈ, ਬਟ ਇਹਦੇ ਆਸ-ਪਾਸ ਤੁਸੀਂ ਦੇਖੋ ਕਿੰਨਾ ਕੋ ਲੋਕ ਖੜਾ ਵੈ, ਕੋਈ ਇੱਥੇ ਰਖਵਾਲੀ ਨਹੀਂ ਹੈ। ਵੀ ਮੈਂ ਚਾਹੁੰਦੀ ਇਹਦੀ ਰਖਵਾਲੀ ਸੁਰੱਖਿਆ ਹੋਏ, ਤਾਂ ਕਿ ਦੀਪਤੀ ਮਰ ਵੀ ਜਾਏ ਤੇ ਇਸ ਝੂਲੇ ਤੇ ਜਿਹੜੀ ਮਿਹਨਤ ਲੱਗੀ ਹੈ, ਇਹ ਝੂਲੇ ਨੂੰ ਬੱਚੇ ਝੂਲ ਸਕਣ, ਨਜ਼ਾਰਾ ਲੈ ਸਕਣ। ਤੇ ਇਹ ਵੀ ਦੀਪਤੀ ਚਾਹੁੰਦੀ ਹੈ ਕਿ ਜਿਹੜੇ ਸਮਰਥ ਦੇ ਨਾਲ ਨਹੀਂ ਵੀ ਜੁੜੇ ਪਰ ਸਮਰਥ ਬਣਨ ਦੀ ਸੋਚ ਰੱਖਦੇ ਆ, ਉਹ ਸਾਰੇ ਹੀ ਸਮਰਥ ਨਾਲ ਜੁੜੇ ਆ। ਤਾਂ ਮੇਰੀ ਇਹ ਵੀ ਤੁਹਾਡੇ ਅੱਗੇ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣੇ ਆਪਣੇ ਸਟੇਟ ਦੇ ਵਿੱਚ ਇੱਦਾਂ ਦਾ ਝੂਲਾ ਲਗਾਉਣ ਦੀ ਜਿਹੜਾ ਵੀ ਕੋਸ਼ਿਸ਼ ਕਰ ਸਕਦਾ ਹੈ, ਜਾਂ ਜਿਹੜਾ ਵੀ ਇਹਨੂੰ ਅਸੈਂਬਲ ਕਰ ਸਕਦਾ ਹੈ, ਜਾਂ ਜਿਹੜਾ ਵੀ ਇਸ ਝੂਲੇ ਨੂੰ ਲਗਾਉਣ ਦੀ ਸੇਵਾ ਦੇ ਸਕਦਾ ਹੈ, ਦੇ ਕੇ ਹਰ ਗਾਰਡਨ ਦੇ ਵਿੱਚ ਲਗਵਾਓ, ਤਾਂ ਕਿ ਦਿਵਿਆਂਗ ਨੂੰ ਇਹ ਲੱਗੇ ਉਹਨਾਂ ਨੂੰ ਇਕੁਅਲ ਰਾਈਟ ਮਿਲਿਆ। ਰੈਂਪ ਵੀ ਬਣਵਾਓ,
ਆਵਾਜ਼ ਉਠਾਓਗੇ ਤਾਂ ਹੱਕ ਜ਼ਰੂਰ ਮਿਲੇਗਾ। ਬਿਲਕੁਲ। ਕਹਿੰਦੇ ਨੇ ਕਿ ਚਾਅ ਜਿਹੜੇ ਆ ਉਹ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਨੇ। ਜਿਹੜੇ ਚਾਅ ਹੁੰਦੇ, ਖੁਆਇਸ਼ਾਂ ਹੁੰਦੀਆਂ, ਸੱਧਰਾਂ ਹੁੰਦੀਆਂ ਹੈ, ਉਹ ਲੋਕ ਆਪਣੀਆਂ ਤਾਂ ਪੂਰੀਆਂ ਕਰਦੇ ਨੇ, ਪਰ ਦੀਪਤੀ ਮੈਡਮ ਦੂਜੇ ਦੇ ਚਾਵਾਂ ਨੂੰ ਪੂਰਾ ਕਰ ਰਹੇ ਆ। ਮੈਡਮ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਇੱਕ ਗੱਲ ਪੁੱਛਣਾ ਚਾਹਾਂਗੀ ਕਿ ਝੂਲਾ ਲੱਗ ਗਿਆ, ਕੀ ਇੱਥੇ ਝੂਲੇ ਦੇ ਲਈ ਕੇਅਰ ਟੇਕਰ ਦੀ ਜ਼ਰੂਰਤ ਹੈ? ਬੱਚਾ ਝੂਲਾ ਲੈਣ ਆਏਗਾ, ਕੀ ਉਹ ਪੂਰੀ ਤਰ੍ਹਾਂ ਸੇਫ ਹੋਏਗਾ? ਉਸ ਨੂੰ ਕੋਈ ਚੋਟ ਤਾਂ ਨਹੀਂ ਲੱਗੇਗੀ? ਉਹ ਕਿਸੇ ਦੀ ਨਿਗਰਾਨੀ ਦੇ ਵਿੱਚ ਝੂਲਾ ਲਏਗਾ ਜਾਂ ਉਹ ਖੁਦ ਲੈ ਸਕੇਗਾ? ਜੇ ਤਾਂ ਮੈਮ ਦਿਵਿਆਂਗ ਨੂੰ ਲੱਗਦਾ ਕਿ ਮੈਂ ਏਬਲ ਹਾਂ, ਵੀਲਚੇਅਰ ਕਈ ਆਪਣੇ ਆਪ ਚਲਾ ਲੈਂਦੇ ਆ, ਜੀ ਹਨਾ, ਮਨ ਦੀ ਸੋਚ ਤੋਂ ਦਿਵਿਆਂਗ ਹੁੰਦਾ ਇਨਸਾਨ, ਸਰੀਰ ਤੋਂ ਨਹੀਂ, ਫਿਰ ਤਾਂ ਉਹ ਆਪਣੀ ਚੇਅਰ ਨਾਲ ਆਪ ਹੀ ਜਾ ਸਕਦਾ ਹੈ, ਕਿਉਂਕਿ ਤੁਸੀਂ ਦੇਖੋਗੇ ਕਿ ਰੈਂਪ ਬਣਿਆ ਹੋਇਆ ਹੈ, ਉੱਥੇ ਤੱਕ ਉਹ ਟਰੇ ਖੁੱਲ ਜਾਂਦੀ ਹੈ। ਈਵਨ ਇੱਕ ਡੰਡਾ ਜਿਹਾ ਮਤਲਬ ਕਹਿ ਲਓ ਜਾਂ ਹੈਂਡਲ ਹੀ ਕਹੋਗੇ ਮੇਨ, ਉਹ ਹੈਂਡਲ ਵੀ ਝੂਲੇ ਦੇ ਅੱਗੇ ਲਗਾ ਦਿੱਤਾ ਹੈ। ਜੇ ਕੋਈ ਕਪਲ ਆਂਦਾ ਹੈ ਔਰ ਦੋਨੋਂ ਵੀਲਚੇਅਰ ਤੇ ਹੈ, ਕਾਰ ਤੇ ਆਂਦੇ ਹੈ ਤੇ ਕਾਰ ਸਿੱਧਾ ਅੰਦਰ ਆਏਗੀ, 2 ਰੈਂਪ ਬਣਾਏ ਗਏ ਇੱਥੇ, ਹੁਣੇ ਤੁਹਾਨੂੰ ਦਿਖਾਇਆ ਵੀ ਜਾਏਗਾ। ਤੇ ਇੱਕ ਅਗਰ ਤੁਸੀਂ ਵੀਲਚੇਅਰ ਤੇ ਲੇਡੀ ਹੈ, ਅਗਰ ਉਹ ਰੋਪ ਰੱਸੀ ਹੈਂਡਲ ਨੂੰ ਬੰਨ੍ਹ ਦਿੰਦੀ ਹੈ ਤੇ ਹੈਂਡਲ ਨਾਲ ਉਹ ਬੜੇ ਆਰਾਮ ਨਾਲ ਝੂਲੇ ਨੂੰ ਖਿੱਚ ਸਕਦੇ ਆ, ਜਿੰਨੀ ਦੂਰੀ ਤੇ ਵੀਲਚੇਅਰ ਆਪਣੀ ਰੱਖ ਕੇ, ਤਾਂ ਦੋਨੋਂ ਸੇਫਟੀ ਨਾਲ ਝੂਲ ਸਕਦੇ ਆ। ਤੇ ਜੇ ਕੋਈ ਨਹੀਂ ਹੈ ਤਾਂ ਉਹਨਾਂ ਦੇ ਮਾਂ-ਬਾਪ ਆਂਗੇ, ਕੇਅਰ ਟੇਕਰ, ਉਹ ਅੰਦਰ ਲੈ ਕੇ ਜਾਣਗੇ ਤਾਂ ਉਹ ਝੂਲਾ ਝੂਲ ਸਕਦੇ ਆ। ਜਾਂ PWD ਦੇ ਸਕੂਲਸ ਵਾਲਿਆਂ ਨੂੰ ਅਸੀਂ ਸਪੈਸ਼ਲ ਇਨਵਾਈਟ ਕੀਤਾ ਹੈ, ਉਹਨਾਂ ਦੇ ਟੀਚਰਸ ਲੈ ਕੇ ਆਉਣ, ਪਿਕਨਿਕ ਲੈ ਕੇ ਜਾਂਦੇ ਆ, ਉਹ ਝੂਲਾ ਸਕਦੇ ਆ। ਅਗਰ ਸਰਕਾਰ ਚਾਹੇ ਤਾਂ ਇੱਥੇ ਇੱਕ ਝੂਲੇ ਦੇ ਲਈ ਕੇਅਰ ਟੇਕਰ ਖੁਦ ਉਹ ਦੇ ਸਕਦੀ ਹੈ ਪੇ ਕਰਕੇ, ਤਾਂ ਉਹਦੇ ਨਾਲ 2 ਘੰਟੇ ਉਹ ਆਏ ਔਰ ਉਹ ਜਾਂ ਪੂਰਾ ਦਿਨ ਚਾਹੇ ਸਰਕਾਰ ਤਾਂ ਖੋਲ ਸਕਦੀ ਹੈ। ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹੋਗੇ? ਫੋਰਨਰਸ ਵਿੱਚ ਅਗਰ ਤੁਸੀਂ ਝੂਲੇ ਦੇਖੋ ਤਾਂ ਆਮ ਲੱਗੇ ਹੋਏ ਹੈ ਉਹਨਾਂ ਦੀ ਕੰਟਰੀਜ਼ ਵਿੱਚ। ਚਲੋ ਅਸੀਂ ਖੁਸ਼ਕਿਸਮਤ ਹਾਂ, ਲੁਧਿਆਣੇ ਦੇ ਵਿੱਚ ਪਹਿਲਾਂ DC ਸਾਹਿਬ ਨੇ ਇਹ ਝੂਲਾ ਲਗਾਇਆ, ਪੰਜਾਬ ਦੇ ਵਿੱਚੋਂ ਪਹਿਲਾਂ। ਤੇ ਮੈਂ ਚਾਹੁੰਦੀ ਹਾਂ ਕਿ ਇਹਦੇ ਆਸ-ਪਾਸ ਇੱਕ ਪਿੰਜੜਾ ਟਾਈਪ ਦਾ ਅਗਰ ਕੁਝ ਬਣ ਜਾਏ ਤਾਂ ਉਹਦੇ ਨਾਲ ਇਸ ਝੂਲੇ ਦੀ ਸੁਰੱਖਿਆ ਹੋ ਜਾਏਗੀ। ਬਹੁਤ ਇਸ ਝੂਲੇ ਨੂੰ ਬੱਚੇ ਵੀ ਛੇੜ ਰਹੇ ਔਰ ਕੇਅਰ ਟੇਕਰ ਵੀ ਨਹੀਂ ਹੈ। ਔਰ ਮੈਂ ਮੈਸੇਜ ਇਹ ਦੇਣਾ ਚਾਹੁੰਦੀ ਹਾਂ ਪਬਲਿਕਲੀ, ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਜਿੱਥੇ ਅੱਛੇ ਲੋਕ ਹੈ ਉੱਥੇ ਮਾੜੇ ਵੀ ਹੈ। ਮੈਂ ਕਿਸੇ ਦੇ ਨਾਲ ਆਪਣੇ ਸ਼ਬਦਾਂ ਦੇ ਨਾਲ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੁੰਦੀ, ਕੋਈ ਹੰਗਾਮਾ ਕਰਨ ਦਾ ਮੇਰਾ ਮਕਸਦ ਨਹੀਂ ਹੈ, ਲੇਕਿਨ ਹੱਥ ਜੋੜ ਕੇ ਤੇ ਆਪਣੀ ਝੋਲੀ ਅੱਡ ਕੇ ਤੁਹਾਡੇ ਅੱਗੇ ਪ੍ਰਾਰਥਨਾ ਕਰਨਾ ਚਾਹੁੰਦੀ ਹਾਂ, ਆਪਣੇ ਲਈ ਨਹੀਂ, ਉਹਨਾਂ ਦਿਵਿਆਂਗ ਸਾਥੀਆਂ ਲਈ ਜਿਹੜੇ ਸਮਰਥ ਬਣਨ ਦੀ ਕੋਸ਼ਿਸ਼ ਕਰਨਾ ਚਾਹ ਰਹੇ ਹੈ। ਔਰ ਉਹ DC ਸਾਹਿਬ ਜਿਨ੍ਹਾਂ ਨੇ ਇਹ ਝੂਲਾ ਲਗਾਉਣ ਵਿੱਚ ਦੀਪਤੀ ਦੀ ਮਦਦ ਕੀਤੀ ਹੈ, ਇਸ ਝੋਲੀ ਨੂੰ ਅੱਡ ਕੇ ਤੁਹਾਡੇ ਪਬਲਿਕ ਦੇ ਅੱਗੇ ਮੇਰੀ ਡਿਮਾਂਡ ਹੈ ਉਹਨਾਂ ਦਿਵਿਆਂਗ ਸਾਥੀਆਂ ਲਈ ਕਿ ਕਿਰਪਾ ਕਰਕੇ ਸਾਡੇ ਨਾਲ ਇਕੁਅਲ ਵਿਵਹਾਰ ਕਰੋ। ਪਤਾ ਨਹੀਂ ਮਾਂ ਪਿਓ ਤੇ ਖੁਦ ਦਿਵਿਆਂਗ ਕਿੰਨੇ ਕੋ ਤੰਗ ਹੁੰਦੇ ਹੈ। ਜੇ ਤੁਸੀਂ ਕੁਝ ਖੁਸ਼ੀ ਨਹੀਂ ਦੇ ਸਕਦੇ, ਕਮ ਸੇ ਕਮ ਆਪਣੀ ਅੱਖਾਂ ਬੰਦ ਕਰਕੇ 5 ਮਿੰਟ ਅੰਦਰ ਧਿਆਨ ਕਰਕੇ ਆਪਣੀ ਆਤਮਾ ਨੂੰ ਪੁੱਛੋ ਕਿ ਜਦੋਂ ਤੁਸੀਂ ਅਪਸ਼ਬਦਾਂ ਦਾ ਉਚਾਰਨ ਕਰਦੇ ਹੋ ਦਿਵਿਆਂਗ ਦੇ ਲਈ, ਤੇ ਕਿਆ ਉਹ ਸਹੀ ਹੈ? ਸਿਰਫ ਆਪਣੀ ਆਤਮਾ ਨੂੰ ਪੁੱਛੋ, ਤੁਹਾਨੂੰ ਜਵਾਬ ਅੰਦਰੋਂ ਹੀ ਆ ਜਾਏਗਾ। ਤੇ ਕੋਸ਼ਿਸ਼ ਕਰੋ ਕਿ ਥੋੜੇ ਜਿਹੇ ਮਿੱਠੇ ਸ਼ਬਦ ਬੋਲ ਕੇ ਠੰਡੇ ਝੋਕਾ ਸਾਡੇ ਵਰਗੇ ਦਿਵਿਆਂਗ ਸਾਥੀਆਂ ਨੂੰ ਵੀ ਦਿਓ। ਸਾਨੂੰ ਕੋਈ ਤੁਹਾਡੀ ਸਹਿਮਤੀ ਜਾਂ ਹਮਦਰਦੀ ਜਾਂ ਪੈਸਾ ਨਹੀਂ ਚਾਹੀਦਾ, ਸਾਨੂੰ ਸਿਰਫ ਤੁਹਾਡਾ ਸਹਿਯੋਗ ਵੀ ਨਹੀਂ ਚਾਹੀਦਾ, ਸਾਨੂੰ ਸਿਰਫ ਇਕੁਅਲ ਰਾਈਟ ਚਾਹੀਦਾ। ਜਿਹੜਾ ਕਨਸਟੀਟਿਊਸ਼ਨ ਵਿੱਚ ਹੈ, PWD ਰਾਈਟ 2016 ਵਿੱਚ ਹੈ, ਉਹ ਕਿਤਾਬਾਂ ਦੇ ਰਾਈਟਸ ਨੂੰ, ਕਿਤਾਬਾਂ ਦੇ ਕਾਨੂੰਨ ਨੂੰ ਕਿਤਾਬਾਂ ਵਿੱਚ ਨਾ ਰਹਿਣ ਦਿਓ। ਉਹਨੂੰ ਤਾਂ ਹੀ ਪ੍ਰੈਕਟੀਕਲ ਹੋਏਗਾ ਜਦੋਂ ਤੁਸੀਂ ਸਾਨੂੰ ਆਪਣੇ ਵਰਗਾ ਸਮਝੋਗੇ। ਵਾਕਈ ਹੀ ਮੈਡਮ ਨੇ ਬਹੁਤ ਵਧੀਆ ਗੱਲ ਕਹੀ ਹੈ। ਪਰਮਾਤਮਾ ਭੇਦਭਾਵ ਨਹੀਂ ਕਰਦਾ, ਕਾਨੂੰਨ ਭੇਦਭਾਵ ਨਹੀਂ ਕਰਦਾ, ਪਰ ਸਮਾਜਿਕ ਪੱਧਰ ਤੇ ਕਿਤੇ ਨਾ ਕਿਤੇ ਭੇਦਭਾਵ ਦਾ ਸ਼ਿਕਾਰ ਹੁੰਦੇ ਹਨ ਇਹ ਲੋਕ। ਕਿਉਂ ਹੁੰਦੇ ਹਨ? ਸਵਾਲ ਹੈ ਪਰ ਜਵਾਬ ਕਿਸੇ ਕੋਲ ਨਹੀਂ ਹੈ, ਕਿਉਂਕਿ ਦਿਵਿਆਂਗ ਕਦੇ ਵੀ ਸਰੀਰ ਤੋਂ ਨਹੀਂ, ਇਨਸਾਨ ਆਪਣੀ ਸੋਚ ਤੋਂ ਹੁੰਦਾ ਹੈ। ਜਦੋਂ ਇਨਸਾਨ ਦੀ ਸੋਚ ਹੀ ਵਧੀਆ ਨਾ ਹੋਵੇ ਤਾਂ ਉਹ ਦਿਵਿਆਂਗ ਕਹਿਲਾਂਦਾ ਹੈ। ਸਰੀਰਕ ਤੌਰ ਦੇ ਉੱਤੇ ਤਾਂ ਕਮੀ ਪੇਸ਼ੀ ਚੱਲਦੀ ਹੀ ਰਹਿੰਦੀ ਹੈ ਤੇ ਅਜਿਹੇ ਲੋਕ ਦੂਜਿਆਂ ਦੇ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਨੇ। ਮੈਡਮ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਸਾਡੇ ਚੈਨਲ ਵੱਲੋਂ, ਸਾਡੇ ਵੱਲੋਂ ਤੁਹਾਨੂੰ ਸਲਾਮ ਹੈ। ਬਹੁਤ ਸਾਰੇ ਲੋਕ ਜੋ ਤੁਹਾਨੂੰ ਦੇਖ ਰਹੇ ਹਨ ਉਹ ਵੀ ਇਸ ਸਮੇਂ ਤੁਹਾਨੂੰ ਸਲਾਮ ਕਰ ਰਹੇ ਹੋਣਗੇ। ਤੁਸੀਂ ਆਪਣਾ ਵਕਤ ਦਿੱਤਾ, ਬਹੁਤ ਬਹੁਤ ਧੰਨਵਾਦ। ਤੁਹਾਨੂੰ ਵੀ ਮੈਮ ਸਲਾਮ ਹੈ। ਕੋਵਿਡ-19 ਦੀ ਸਮੱਸਿਆ ਨੂੰ ਦੇਖਦੇ ਹੋਏ ਜਿਹੜਾ ਤੁਸੀਂ ਟਾਈਮ ਕੱਢਿਆ